जून 1984 ऑपरेशन ब्लू स्टार। जून 1984 ऑपरेशन ब्लू स्टार। जनरल सुबेग सिंह जो भारत ਲਈ ਲੜੇ ਵੀ ਤੇ ਭਾਰਤ ਦੇ ਖਿਲਾਫ ਵੀ ਲੜੇ। ਹਰਜਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਵਿੰਦਰ ਸਿੰਘ ਜਨਰਲ ਸੁਬੇਗ ਸਿੰਘ ਦੇ ਉੱਪਰ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅਜੋਕੇ ਸਮੇਂ ਦਾ ਮਹਾਨ ਜਰਨੈਲ ਚੁਗਾਵਾਂ ਰੋਡ ਤੋਂ 9 ਮੀਲ ਦੂਰ ਪਿੰਡ ਖਿਆਲਾ ਦਾ ਰਹਿਣ ਵਾਲਾ ਸੀ। ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਦੇ ਵੱਡੇ ਪੁੱਤਰ, ਉਸਦੇ 3 ਭਰਾ ਅਤੇ 1 ਭੈਣ ਸੀ। ਜਨਰਲ ਨੇ ਆਪਣਾ ਵੰਸ਼ ਮਹਾਨ ਸਿੱਖ ਯੋਧੇ ਭਾਈ ਮਹਿਤਾਬ ਸਿੰਘ ਦੇ ਨਾਲ ਜੋੜਿਆ, ਜਿਸ ਨੇ ਭਾਈ ਸੁੱਖਾ ਸਿੰਘ ਦੇ ਨਾਲ ਮਿਲ ਕੇ 1740 ਦੇ ਵਿੱਚ ਬਦਨਾਮ ਮੱਸਾ ਸਿੰਘ ਰੰਗੜ ਨੂੰ ਮਾਰ ਦਿੱਤਾ ਸੀ। ਇਸ ਤਰ੍ਹਾਂ ਹਰਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਇਹ ਪਰਿਵਾਰ ਬਹੁਤ ਅਮੀਰ ਅਤੇ ਖੁਸ਼ਹਾਲ ਸੀ ਅਤੇ ਇਹਨਾਂ ਦੇ ਕੋਲ 100 ਏਕੜ ਤੋਂ ਵੱਧ ਜ਼ਮੀਨ ਸੀ। ਪਿੰਡ ਖਿਆਲਾ ਨੂੰ ਪਹਿਲਾਂ ਖਿਆਲਾ ਨੰਦ ਸਿੰਘ ਵਾਲਾ ਕਿਹਾ ਜਾਂਦਾ ਸੀ। ਨੰਦ ਸਿੰਘ ਸੁਬੇਗ ਸਿੰਘ ਦਾ ਪੜਦਾਦਾ ਸੀ। ਬਾਅਦ ਵਿੱਚ ਇਹ ਨਾਮ ਛੋਟਾ ਹੋ ਗਿਆ। ਸੁਬੇਗ ਸਿੰਘ ਦੀ ਮਾਤਾ ਇੱਕ ਧਾਰਮਿਕ ਖਿਆਲਾਂ ਦੀ ਸ਼ਰਧਾਲੂ ਔਰਤ ਸੀ, ਪਰ ਉਹ ਬਹੁਤ ਹੀ ਵਿਹਾਰਕ ਅਤੇ ਇੱਕ ਮਹਾਨ ਅਨੁਸ਼ਾਸਨਸ਼ੀਲ ਸੀ। ਉਹ ਆਪਣੇ ਬੱਚਿਆਂ ਅਤੇ ਪੋਤੇ ਪੋਤੀਆਂ ਨੂੰ ਯਾਦ ਕਰਵਾਉਣਾ ਕਦੇ ਨਹੀਂ ਭੁੱਲਦੀ ਸੀ ਕਿ ਉਹ ਬਾਬਾ ਮਹਿਤਾਬ ਸਿੰਘ ਦੇ ਵੰਸ਼ਜ ਸਨ। ਸਰਦਾਰ ਭਗਵਾਨ ਸਿੰਘ ਪਿੰਡ ਦੇ ਲੰਬੜਦਾਰ ਸਨ ਅਤੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਵਿੱਚ ਕਾਫੀ ਰੁੱਝੇ ਰਹਿੰਦੇ ਸਨ। 1952 ਦੇ ਵਿੱਚ ਛੋਟੇ ਭਰਾ ਸਰਦਾਰ ਸ਼ਮਸ਼ੇਰ ਸਿੰਘ, ਸਰਦਾਰ ਜਸਵੰਤ ਸਿੰਘ ਅਤੇ ਜੀਜਾ ਦੇ ਨਾਲ ਖੇਤਾਂ ਨੂੰ ਖਰੀਦਣ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਤਰਾਈ ਖੇਤਰ ਦੇ ਵਿੱਚ ਖੇਦਵਾਨੀ ਚਲੇ ਗਏ। 1957 ਦੇ ਵਿੱਚ ਜਸਵੰਤ ਸਿੰਘ ਦੀ ਮੌਤ ਹੋ ਗਈ। ਆਪਣੇ ਬਚਪਨ ਤੋਂ ਹੀ ਸੁਬੇਗ ਸਿੰਘ ਲੀਡਰਸ਼ਿਪ ਅਤੇ ਬੁੱਧੀ ਦੇ ਗੁਣਾਂ ਦਾ ਪ੍ਰਦਰਸ਼ਨ ਪਿੰਡ ਦੇ ਔਸਤ ਬੱਚਿਆਂ ਨਾਲੋਂ ਬਹੁਤ ਜ਼ਿਆਦਾ ਕਰਦੇ ਸਨ। ਉਹ ਤੇਜ਼ ਬੁੱਧੀ ਵਾਲਾ ਸੀ ਅਤੇ ਅਕਸਰ ਪਿੰਡ ਦੀਆਂ ਦਿਲਚਸਪ ਸ਼ਖਸੀਅਤਾਂ ਲਈ ਵਿਅੰਗਮਈ ਕਵਿਤਾਵਾਂ ਦੀ ਰਚਨਾ ਕਰਦਾ ਸੀ। ਉਸਨੇ ਇਤਿਹਾਸ ਅਤੇ ਸਾਹਿਤ ਦੇ ਵਿੱਚ ਡੂੰਘੀ ਦਿਲਚਸਪੀ ਦਿਖਾਈ ਅਤੇ ਉਸ ਦੇ ਪਿੰਡ ਦੇ ਅਧਿਆਪਕ ਉਸ ਦੀ ਬੌਧਿਕ ਯੋਗਤਾ ਤੋਂ ਪ੍ਰਭਾਵਿਤ ਹੋਏ। ਉਹਨਾਂ ਨੇ ਸਰਦਾਰ ਭਗਵਾਨ ਸਿੰਘ ਅਤੇ ਪ੍ਰੀਤਮ ਕੌਰ ਨੂੰ ਸਕੂਲ ਭੇਜਣ ਦੀ ਸਲਾਹ ਦਿੱਤੀ। ਉਹਨਾਂ ਨੇ ਸੀਨੀਅਰ ਸੈਕੰਡਰੀ ਦੀ ਵਿੱਦਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਸਰਕਾਰੀ ਕਾਲਜ ਦੇ ਵਿੱਚ ਦਾਖਲਾ ਲਿਆ। ਉੱਚ ਸਿੱਖਿਆ ਲਈ ਉਹ ਲਾਹੌਰ ਦੇ ਕਾਲਜ ਵਿੱਚ ਵੀ ਗਏ। ਉਹ ਇੱਕ ਸ਼ਾਨਦਾਰ ਫੁੱਟਬਾਲ ਅਤੇ ਹਾਕੀ ਖਿਡਾਰੀ ਸੀ ਅਤੇ ਐਥਲੈਟਿਕਸ ਦੇ ਵਿੱਚ ਉੱਤਮ ਸੀ। 18 ਸਾਲ ਦੀ ਉਮਰ ਦੇ ਵਿੱਚ ਉਸਨੇ 100 ਮੀਟਰ ਸਪ੍ਰਿੰਟ ਵਿੱਚ ਭਾਰਤ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ ਅਤੇ ਜ਼ਿਲ੍ਹਾ ਬਰਾਡ ਜੰਪ ਚੈਂਪੀਅਨ ਸੀ। ਹਾਲਾਂਕਿ ਉਸ ਕੋਲ ਖੇਡਾਂ ਲਈ ਕੁਦਰਤੀ ਯੋਗਤਾ ਹੋਣ ਦੇ ਬਾਵਜੂਦ ਉਹ ਕੈਰੀਅਰ ਵਜੋਂ ਅੱਗੇ ਵਧਣਾ ਨਹੀਂ ਚਾਹੁੰਦਾ ਸੀ। ਉਸ ਦਾ ਧਿਆਨ ਫੌਜ ਵੱਲ ਸੀ, ਜਿਸ ਨੂੰ ਇੱਕ ਉੱਤਮ ਪੇਸ਼ਾ ਮੰਨਿਆ ਜਾਂਦਾ ਸੀ। ਉਸਨੇ ਪੜ੍ਹਾਈ ਦੇ ਵਿੱਚ ਉੱਤਮਤਾ ਪ੍ਰਾਪਤ ਕੀਤੀ ਅਤੇ ਆਮ ਤੌਰ ਤੇ ਆਪਣੀ ਕਲਾਸ ਦੇ ਵਿੱਚ ਹਮੇਸ਼ਾ ਟੌਪ ਕੀਤਾ। ਸੁਭਾਅ ਤੋਂ ਜਨਰਲ ਸੁਬੇਗ ਸਿੰਘ ਇੱਕ ਹੁਸ਼ਿਆਰ ਪਾਠਕ ਸੀ। ਉਸਨੇ ਹਰ ਫੌਜੀ ਮੁਹਿੰਮ ਬਾਰੇ ਪੜ੍ਹਿਆ ਸੀ ਅਤੇ ਨਤੀਜੇ ਵਜੋਂ ਹਰ ਫੌਜੀ ਜਨਰਲ ਦੀ ਜੀਵਨੀ ਵੀ ਜਾਣਦਾ ਸੀ। ਉਸ ਦੀ ਇਤਿਹਾਸ ਦੇ ਵਿੱਚ ਬਹੁਤ ਰੁਚੀ ਸੀ ਅਤੇ ਉਸ ਨੂੰ ਪੜ੍ਹਨ ਦਾ ਵੀ ਬਹੁਤ ਸ਼ੌਂਕ ਸੀ। ਉਹ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਪੰਜਾਬੀ, ਫਾਰਸੀ, ਉਰਦੂ, ਗੋਰਖਾ ਲਿਪੀ ਵੀ ਚੰਗੀ ਤਰ੍ਹਾਂ ਜਾਣਦਾ ਵੀ ਸੀ ਅਤੇ ਬੋਲ ਵੀ ਸਕਦਾ ਸੀ। ਉਹ ਦੇਹਰਾਦੂਨ ਵਿਖੇ ਮਿਲਟਰੀ ਅਕੈਡਮੀ ਦੇ ਵਿੱਚ ਇੱਕ ਇੰਸਪੈਕਟਰ ਸੀ ਅਤੇ ਫੌਜ ਵਿੱਚ ਵੱਖ-ਵੱਖ ਰੈਂਕਾਂ ਦੇ ਵਿੱਚ ਕਈ ਮਹੱਤਵਪੂਰਨ ਸਟਾਫ ਨਿਯੁਕਤੀਆਂ ਵੀ ਕਰਦਾ ਸੀ। ਉਹ ਇੱਕ ਨਿਡਰ ਅਫਸਰ ਅਤੇ ਇੱਕ ਅਜਿਹੇ ਵਿਅਕਤੀ ਵਜੋਂ ਪ੍ਰਸਿੱਧ ਸੀ ਜੋ ਕਿਸੇ ਵੀ ਬਕਵਾਸ ਨੂੰ ਬਰਦਾਸ਼ਤ ਨਹੀਂ ਕਰਦਾ ਸੀ। ਲੋਕ ਜਾਂ ਤਾਂ ਉਸ ਨੂੰ ਬਹੁਤ ਪਿਆਰ ਕਰਦੇ ਸਨ ਜਾਂ ਉਸ ਦੀ ਸਪਸ਼ਟ ਅਤੇ ਅਸਪਸ਼ਟ ਪਹੁੰਚ ਕਾਰਨ ਉਸ ਤੋਂ ਡਰਦੇ ਸਨ। ਜਨਰਲ ਸੁਬੇਗ ਸਿੰਘ ਨੇ ਆਪਣੀ ਫੌਜੀ ਜੀਵਨ ਦੌਰਾਨ ਭਾਰਤ ਦੀਆਂ ਲਗਭਗ ਹਰ ਵੱਡੀਆਂ ਫੌਜੀ ਮੁਹਿੰਮਾਂ ਦੇ ਵਿੱਚ ਹਿੱਸਾ ਲਿਆ, ਜਿਸ ਵਿੱਚ ਭਾਰਤ ਨੇ ਵੀ ਹਿੱਸਾ ਲਿਆ ਸੀ। ਆਪਰੇਸ਼ਨ ਬਲੂ ਸਟਾਰ ਤੋਂ ਕੁਝ ਸਮਾਂ ਪਹਿਲਾਂ ਹਰਮੰਦਰ ਸਾਹਿਬ ਦੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਅਕਸਰ ਇੱਕ ਲੰਬੀ ਦਾੜੀ ਅਤੇ ਪੋਚਵੀ ਪੱਗ ਬੰਨ੍ਹਣ ਵਾਲੇ ਸ਼ਖਸ ਨੂੰ ਬੈਠੇ ਦੇਖਿਆ ਜਾਂਦਾ ਸੀ। ਉਹ ਦੇਖਣ ਵਿੱਚ ਪਤਲਾ ਜ਼ਰੂਰ ਸੀ, ਪਰ ਉਹਨਾਂ ਦਾ ਚਿਹਰਾ ਬੌਧਿਕ ਸੀ। ਬਾਹਰ ਤੋਂ ਉਹ ਇੱਕ ਗ੍ਰੰਥੀ ਹੋਣ ਦੀ ਝਲਕ ਦਿੰਦੇ ਸਨ, ਪਰ ਅਸਲ ਦੇ ਵਿੱਚ ਉਹ ਇੱਕ ਸਿਪਾਹੀ ਸਨ, ਮੇਜਰ ਜਨਰਲ ਸੁਬੇਗ ਸਿੰਘ, ਜਿਨ੍ਹਾਂ ਨੇ ਭਾਰਤੀ ਫੌਜ ਦੇ ਖਿਲਾਫ ਹਰਮੰਦਰ ਸਾਹਿਬ ਦੇ ਵਿੱਚ ਮੋਰਚਾਬੰਦੀ ਕੀਤੀ ਸੀ। ਜਦੋਂ 3 ਮਹੀਨਿਆਂ ਬਾਅਦ ਭਾਰਤੀ ਫੌਜ ਹਰਮੰਦਰ ਸਾਹਿਬ ਦੇ ਵਿੱਚ ਦਾਖਲ ਹੋਈ ਤਾਂ ਉਹਨਾਂ ਨੇ ਹੀ ਕਰੀਬ ਆਪਣੇ 200 ਸਾਥੀਆਂ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਸੀ। ਸੁਬੇਗ ਸਿੰਘ ਪੜ੍ਹਨ ਲਿਖਣ ਦੇ ਸ਼ੌਕੀਨ ਸਨ ਅਤੇ 7 ਭਾਸ਼ਾਵਾਂ ਪੰਜਾਬੀ, ਫਾਰਸੀ, ਉਰਦੂ, ਬੰਗਲਾ, ਗੋਰਖਾਲੀ, ਹਿੰਦੀ ਅਤੇ ਅੰਗਰੇਜ਼ੀ ਰਵਾਨਗੀ ਨਾਲ ਬੋਲ ਲੈਂਦੇ ਸਨ। ਮੇਜਰ ਜਨਰਲ ਸੁਬੇਗ ਸਿੰਘ ਦੀ ਸ਼ਖਸੀਅਤ ਕਿਵੇਂ ਦੀ ਸੀ? ਉਹਨਾਂ ਦੇ ਛੋਟੇ ਬੇਟੇ ਪ੍ਰਭਪਾਲ ਸਿੰਘ ਦਾ ਕਹਿਣਾ ਹੈ ਕਿ ਉਹ 5 ਫੁੱਟ 8 ਇੰਚ ਲੰਬੇ ਸਨ।
ਉਹ ਬਹੁਤ ਚੰਗੇ ਐਥਲੀਟ ਸਨ। 18 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ 100 ਮੀਟਰ ਦੌੜ ਦੇ ਵਿੱਚ ਭਾਰਤੀ ਰਿਕਾਰਡ ਦੀ ਬਰਾਬਰੀ ਕੀਤੀ ਸੀ। ਇਸ ਦੇ ਇਲਾਵਾ ਉਹ ਬਹੁਤ ਚੰਗੇ ਘੋੜਸਵਾਰ ਅਤੇ ਤੈਰਾਕ ਵੀ ਸਨ, ਪਰ ਉਹ ਹਮੇਸ਼ਾ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ। ਉਹ ਭਾਰਤ ਵੱਲੋਂ ਹਰ ਲੜਾਈ ਦੇ ਵਿੱਚ ਸ਼ਾਮਲ ਹੋਏ। ਆਪਣੀ ਫੌਜੀ ਜੀਵਨ ਦੇ ਵਿੱਚ ਉਹਨਾਂ ਨੇ ਭਾਰਤ ਵੱਲੋਂ ਹਰ ਲੜਾਈ ਲੜੀ, ਚਾਹੇ ਉਹ ਦੂਜਾ ਵਿਸ਼ਵ ਯੁੱਧ ਹੋਵੇ, 1947 ਦੇ ਵਿੱਚ ਪਾਕਿਸਤਾਨ ਦਾ ਹਮਲਾ ਹੋਵੇ, ਜਾਂ ਫਿਰ 1962 ਦੀ ਭਾਰਤ ਚੀਨ ਲੜਾਈ ਅਤੇ 1965 ਅਤੇ 1971 ਦੇ ਭਾਰਤ ਪਾਕਿਸਤਾਨ ਯੁੱਧ। ਪ੍ਰਭਪਾਲ ਸਿੰਘ ਦੱਸਦੇ ਹਨ ਕਿ 1942 ਦੇ ਵਿੱਚ ਉਹਨਾਂ ਨੂੰ ਕਿੰਗਜ਼ ਕਮਿਸ਼ਨ ਮਿਲਿਆ ਸੀ। ਉਹਨਾਂ ਨੇ ਬ੍ਰਿਟਿਸ਼ ਫੋਰਸਾਂ ਦੇ ਨਾਲ ਸਿੰਗਾਪੁਰ ਅਤੇ ਮਲਾਇਆ ਨੂੰ ਆਜ਼ਾਦ ਕਰਵਾਇਆ ਸੀ। ਸਾਲ 1948 ਦੇ ਵਿੱਚ ਉਹ ਕਸ਼ਮੀਰ ਵਿੱਚ ਪਾਕਿਸਤਾਨ ਦੇ ਖਿਲਾਫ ਲੜੇ, ਜਿੱਥੇ ਉਹ ਬ੍ਰਿਗੇਡੀਅਰ ਉਸਮਾਨ ਅਤੇ ਸਟਾਫ ਅਫਸਰ ਸਨ। ਜਦੋਂ ਉਸਮਾਨ ਲੜਾਈ ਵਿੱਚ ਮਾਰੇ ਗਏ ਤਾਂ ਉਹਨਾਂ ਤੋਂ 20 ਗਜ ਦੀ ਦੂਰੀ ਤੇ ਹੀ ਸਨ। ਪ੍ਰਭਪਾਲ ਸਿੰਘ ਦੱਸਦੇ ਹਨ ਕਿ 1962 ਦੀ ਲੜਾਈ ਦੇ ਵਿੱਚ ਉਹ ਤੇਜਪੁਰ ਵਿੱਚ ਸਨ। ਉਹ ਜ਼ਖਮੀ ਭਾਰਤੀ ਫੌਜੀਆਂ ਨੂੰ ਇੱਕ ਮਜ਼ਦੂਰ ਵਾਂਗ ਆਪਣੇ ਮੋਢਿਆਂ ਤੇ ਚੁੱਕ ਕੇ ਤੇਜਪੁਰ ਹਸਪਤਾਲ ਤੱਕ ਲਿਆਏ ਸਨ। 1965 ਦੀ ਲੜਾਈ ਦੇ ਵਿੱਚ ਹਾਜੀਪੁਰ ਦੇ ਮੋਰਚੇ ਤੇ ਵੀ ਸਨ। ਉਹ ਇਕੱਲੇ ਅਫਸਰ ਸਨ ਜਿਨ੍ਹਾਂ ਨੂੰ ਲੈਫਟੀਨੈਂਟ ਕਰਨਲ ਤੋਂ ਸਿੱਧਾ ਬ੍ਰਿਗੇਡੀਅਰ ਦੇ ਤੌਰ ਤੇ ਪ੍ਰਮੋਟ ਕੀਤਾ ਗਿਆ ਸੀ। ਸਾਲ 1969 ਦੇ ਵਿੱਚ ਉਹ ਨਾਗਾਲੈਂਡ ਪੋਸਟਿੰਗ ਤੇ ਚਲੇ ਗਏ। ਜਦੋਂ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਸੀ। 1971 ਦੇ ਵਿੱਚ ਬੰਗਲਾਦੇਸ਼ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਭਾਰਤੀ ਫੌਜ ਮੁਖੀ ਸੈਮ ਮਾਨੇਕਸ਼ਾਹ ਨੇ ਉਹਨਾਂ ਨੂੰ ਦਿੱਲੀ ਤਲਬ ਕੀਤਾ, ਜਿੱਥੇ ਉਹਨਾਂ ਨੂੰ ਬੰਗਾਲੀ ਖਾੜਕੂਆਂ ਦੀ ਜਥੇਬੰਦੀ ਮੁਕਤੀ ਬਾਹਿਨੀ ਨੂੰ ਖੜਾ ਕਰਨ ਅਤੇ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਇੱਕ ਗੁਪਤ ਮਿਸ਼ਨ ਸੀ, ਕਿਉਂਕਿ ਭਾਰਤ ਦੁਨੀਆ ਨੂੰ ਇਹ ਨਹੀਂ ਦਿਖਾਉਣਾ ਚਾਹੁੰਦਾ ਸੀ ਕਿ ਉਹ ਮੁਕਤੀ ਬਾਹਿਨੀ ਨੂੰ ਸਿਖਲਾਈ ਦੇ ਰਿਹਾ ਹੈ। ਅਧਿਕਾਰਤ ਤੌਰ ਤੇ ਭਾਰਤ ਨੇ ਅਜੇ ਤੱਕ ਸਵੀਕਾਰ ਨਹੀਂ ਕੀਤਾ ਕਿ ਉਸਨੇ ਮੁਕਤੀ ਬਾਹਿਨੀ ਨੂੰ ਸਿਖਲਾਈ ਦਿੱਤੀ। ਪੂਰਬੀ ਕਮਾਨ ਦੇ ਮੁਖੀ ਜਨਰਲ ਜਗਜੀਤ ਸਿੰਘ ਅਰੋੜਾ ਦਾ ਮੰਨਣਾ ਸੀ ਕਿ ਮੁਕਤੀ ਬਾਹਿਨੀ ਦੀ ਸਿਖਲਾਈ ਵਿੱਚ ਸੁਬੇਗ ਸਿੰਘ ਦੀ ਬਹੁਤ ਵੱਡੀ ਭੂਮਿਕਾ ਸੀ। ਜਨਰਲ ਸੁਬੇਗ ਸਿੰਘ ਨੇ ਮੁਕਤੀ ਬਾਹਿਨੀ ਨੂੰ ਟ੍ਰੇਨ ਕਰਨ ਸਮੇਂ ਆਪਣਾ ਨਾਂ ਸੁਬੇਗ ਤੋਂ ਬੇਗ ਰੱਖ ਲਿਆ ਸੀ ਅਤੇ ਆਪਣੇ ਵਾਲ ਵੀ ਕਟਾ ਲਏ ਸਨ। ਭਾਵੇਂ ਸਿੱਖਾਂ ਦੇ ਵਿੱਚ ਕੇਸ ਰੱਖਣੇ ਧਾਰਮਿਕ ਆਸਥਾ ਦੀ ਰਵਾਇਤ ਹੈ, ਪਰ ਕੰਮ ਦੇ ਤਕਾਜ਼ੇ ਮੁਤਾਬਕ ਸੁਬੇਗ ਸਿੰਘ ਨੇ ਆਪਣੇ ਵਾਲ ਤੱਕ ਕਟਵਾ ਦਿੱਤੇ ਸਨ। ਸੁਬੇਗ ਸਿੰਘ ਦੇ ਬੇਟੇ ਪ੍ਰਭਪਾਲ ਸਿੰਘ ਦੱਸਦੇ ਹਨ, ਜਦੋਂ ਮੇਰੇ ਪਿਤਾ ਮੁਕਤੀ ਬਾਹਿਨੀ ਨੂੰ ਟ੍ਰੇਨ ਕਰ ਰਹੇ ਸਨ ਤਾਂ ਸਾਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਰਹਿ ਰਹੇ ਹਨ। ਜਦੋਂ ਅਸੀਂ ਉਹਨਾਂ ਨੂੰ ਫੋਨ ਤੇ ਪੁੱਛਿਆ ਕਿ ਆਪਣਾ ਪਤਾ ਤਾਂ ਦੱਸ ਦਿਓ ਤਾਂ ਉਹਨਾਂ ਨੇ ਕਿਹਾ, ਮਿਸਟਰ ਬੇਗ, ਹਬੀਬ ਟੇਲਿੰਗ ਹਾਊਸ, ਅਗਰਤਲਾ। ਜਦੋਂ ਉਹ ਬਹੁਤ ਦਿਨਾਂ ਤੱਕ ਘਰ ਨਹੀਂ ਆਏ ਤਾਂ ਮੇਰੀ ਮਾਂ ਨੇ ਮੇਰੇ ਵੱਡੇ ਭਰਾ ਨੂੰ ਕਿਹਾ ਕਿ ਤੂੰ ਛੁੱਟੀ ਲੈ ਕੇ ਜਾ ਅਤੇ ਪਤਾ ਕਰ ਕਿ ਤੇਰੇ ਪਿਤਾ ਕਿੱਥੇ ਹਨ। ਉਹ ਚਿੱਠੀਆਂ ਦਾ ਜਵਾਬ ਵੀ ਨਹੀਂ ਦਿੰਦੇ। ਜਦੋਂ ਮੇਰੇ ਭਰਾ ਉੱਥੇ ਗਏ ਤਾਂ ਉਹਨਾਂ ਨੇ ਕਿਹਾ ਕਿ ਮੈਂ ਠੀਕ ਹਾਂ, ਮੈਂ ਅੰਡਰਗਰਾਉਂਡ ਆਪਰੇਸ਼ਨ ਚਲਾ ਰਿਹਾ ਹਾਂ, ਮੈਂ ਹੁਣ ਬ੍ਰਿਗੇਡੀਅਰ ਸੁਬੇਗ ਸਿੰਘ ਨਹੀਂ ਹਾਂ, ਮੇਰਾ ਨਾਮ ਬੇਗ ਹੈ। ਸੁਬੇਗ ਸਿੰਘ ਦੇ ਯਤਨਾਂ ਦੇ ਨਾਲ ਬੰਗਲਾਦੇਸ਼ ਦੇ ਵਿੱਚ ਛਾਪਾ ਮਾਰ ਅੰਦੋਲਨ ਨੇ ਇੰਨਾ ਜ਼ੋਰ ਫੜਿਆ ਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਪਾਕਿਸਤਾਨੀ ਫੌਜ ਦੀ ਵਿਰੋਧ ਕਰਨ ਦੀ ਇੱਛਾ ਸ਼ਕਤੀ ਹੀ ਖਤਮ ਹੋ ਗਈ ਸੀ। ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਡੈਲਟਾ ਸੈਕਟਰ ਦੇ ਵਿੱਚ ਮੱਧ ਅਤੇ ਪੂਰਬੀ ਬੰਗਲਾਦੇਸ਼ ਦੇ ਇਲਾਕੇ ਦੇ ਵਿੱਚ ਮੁਕਤੀ ਬਾਹਿਨੀ ਦੀ ਸਿਖਲਾਈ ਦਾ ਇੰਚਾਰਜ ਬਣਾਇਆ ਗਿਆ ਸੀ। ਉਹਨਾਂ ਨੇ ਪਾਕਿਸਤਾਨੀ ਫੌਜ ਨੂੰ ਛੱਡ ਕੇ ਆਏ ਕਈ ਲੋਕਾਂ ਜਿਵੇਂ ਮੇਜਰ ਜ਼ਿਆ ਉਰ ਰਹਿਮਾਨ ਅਤੇ ਮੁਹੰਮਦ ਮੁਸ਼ਤਕ ਨੂੰ ਟ੍ਰੇਨਡ ਕੀਤਾ, ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਰਾਸ਼ਟਰਪਤੀ ਅਤੇ ਫੌਜ ਮੁਖੀ ਬਣੇ। ਬੰਗਲਾਦੇਸ਼ ਦੇ ਸਾਬਕਾ ਰਾਸ਼ਟਰਪਤੀ ਜਨਰਲ ਜ਼ਿਆ ਉਰ ਰਹਿਮਾਨ ਨੂੰ ਵੀ ਸੁਬੇਗ ਸਿੰਘ ਨੇ ਹੀ ਟ੍ਰੇਨਡ ਕੀਤਾ ਸੀ। ਸੁਬੇਗ ਸਿੰਘ ਦੇ ਯਤਨਾਂ ਦੇ ਨਾਲ ਜਨਵਰੀ ਤੋਂ ਅਕਤੂਬਰ 1971 ਤੱਕ ਬੰਗਲਾਦੇਸ਼ ਦੇ ਵਿੱਚ ਛਾਪਾ ਮਾਰ ਅੰਦੋਲਨ ਇਸ ਹੱਦ ਤੱਕ ਵਧਿਆ ਕਿ ਜਦੋਂ ਲੜਾਈ ਸ਼ੁਰੂ ਹੋਈ ਤਾਂ ਪਾਕਿਸਤਾਨੀ ਫੌਜ ਦੀ ਵਿਰੋਧ ਕਰਨ ਦੀ ਇੱਛਾ ਸ਼ਕਤੀ ਕਰੀਬ ਖਤਮ ਹੋ ਗਈ ਸੀ। ਪ੍ਰਭਪਾਲ ਸਿੰਘ ਦੱਸਦੇ ਹਨ ਕਿ ਮੇਰੇ ਪਿਤਾ ਨੇ ਮੁਕਤੀ ਬਾਹਿਨੀ ਨੂੰ ਹਥਿਆਰ ਚਲਾਉਣਾ ਸਿਖਾਇਆ, ਛਾਪਾ ਮਾਰ ਯੁੱਧ ਦੀ ਰਣਨੀਤੀ ਸਮਝਾਈ। ਚਟਗਾਮ ਬੰਦਰਗਾਹ ਦੇ ਵਿੱਚ ਉਹਨਾਂ ਨੇ ਇੱਕ ਸਮੇਂ ਦੇ ਵਿੱਚ 5 ਛੋਟੇ ਜੰਗੀ ਬੇੜੇ ਉਡਾ ਦਿੱਤੇ ਸਨ। ਮੁਕਤੀ ਬਾਹਿਨੀ ਨੇ ਪਾਕਿਸਤਾਨੀ ਫੌਜ ਦੇ ਅਫਸਰਾਂ ਤੇ ਘਾਤ ਲਾ ਕੇ ਹਮਲਾ ਕਰਨਾ ਸ਼ੁਰੂ ਕੀਤਾ। ਉਹ ਉਹਨਾਂ ਦੇ ਫੌਜੀ ਕਾਫਲਿਆਂ ਤੇ ਹਮਲਾ ਕਰਨ ਲੱਗੇ, ਪੁਲ ਉਡਾਉਣ ਲੱਗੇ ਅਤੇ ਇਹ ਯਕੀਨ ਬਣਾਉਣ ਲੱਗੇ ਕਿ ਪਾਕਿਸਤਾਨੀ ਫੌਜ ਤੱਕ ਰਸਦ ਨਾ ਪਹੁੰਚ ਸਕੇ। ਇਹ ਸਭ ਲਈ ਬ੍ਰਿਗੇਡੀਅਰ ਸੁਬੇਗ ਸਿੰਘ ਨੇ ਉਹਨਾਂ ਨੂੰ ਸਿਖਲਾਈ ਦਿੱਤੀ ਸੀ। ਮੁਕਤੀ ਬਾਹਿਨੀ ਨੂੰ ਸਿਖਲਾਈ ਦੇਣ ਬਾਰੇ ਭਾਰਤ ਨੇ ਕਦੇ ਵੀ ਅਧਿਕਾਰਤ ਤੌਰ ਤੇ ਸਵੀਕਾਰ ਨਹੀਂ ਕੀਤਾ। ਬੰਗਲਾਦੇਸ਼ ਯੁੱਧ ਦੇ ਵਿੱਚ ਉਹਨਾਂ ਦੀਆਂ ਸੇਵਾਵਾਂ ਲਈ ਭਾਰਤ ਸਰਕਾਰ ਨੇ ਬ੍ਰਿਗੇਡੀਅਰ ਸੁਬੇਗ ਸਿੰਘ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਦੇ ਨਾਲ ਵੀ ਸਨਮਾਨਿਤ ਕੀਤਾ ਸੀ।
ਇਸ ਤੋਂ ਪਹਿਲਾਂ ਉਹਨਾਂ ਨੂੰ ਅਤ ਵਿਸ਼ਿਸ਼ਟ ਸੇਵਾ ਮੈਡਲ ਵੀ ਮਿਲ ਚੁੱਕਿਆ ਸੀ। ਪ੍ਰਭਪਾਲ ਸਿੰਘ ਨੂੰ ਹੁਣ ਤੱਕ ਯਾਦ ਹੈ ਕਿ ਉਹ ਵੀ ਪੁਰਸਕਾਰ ਵੰਡ ਸਮਾਰੋਹ ਵਿੱਚ ਭਾਗ ਲੈਣ ਆਪਣੇ ਪਿਤਾ ਦੇ ਨਾਲ ਰਾਸ਼ਟਰਪਤੀ ਭਵਨ ਗਏ ਸਨ। ਪ੍ਰਭਪਾਲ ਦੱਸਦੇ ਹਨ ਕਿ ਉਸ ਸਮੇਂ ਰਾਸ਼ਟਰਪਤੀ ਵੀ ਗਿਰੀ ਸਨ। ਅਸ਼ੋਕਾ ਹਾਲ ਦੇ ਵਿੱਚ ਸਮਾਗਮ ਤੋਂ ਬਾਅਦ ਉਹਨਾਂ ਨੇ ਪਾਰਟੀ ਦਿੱਤੀ ਸੀ। ਅਸੀਂ ਲੋਕ ਖੜੇ ਹੋਏ ਸੀ। ਉਦੋਂ ਹੀ ਮਾਨਕ ਸ਼ਾਹ ਦੀ ਆਵਾਜ਼ ਗੂੰਜੀ, ਓਏ ਸੁਬੇਗ, ਤੇਰੀ ਸਿੰਘਣੀ ਕਿੱਥੇ ਹੈ? ਸਾਰੇ ਜਾਣੇ ਮੇਰੇ ਪਿਤਾ ਵੱਲ ਦੇਖਣ ਲੱਗੇ। ਮੇਰੇ ਪਿਤਾ ਨੇ ਕਿਹਾ ਕਿ ਸਰ, ਮੈਂ ਹੁਣੇ ਉਹਨਾਂ ਨੂੰ ਨਾਲ ਲੈ ਕੇ ਆਉਂਦਾ ਹਾਂ। ਫਿਰ ਸੈਮ ਮੇਰੀ ਮਾਂ ਨੂੰ ਮਿਲੇ। ਮੈਂ ਵੀ ਉਹਨਾਂ ਦੇ ਨਾਲ ਹੱਥ ਮਿਲਾਇਆ। ਉਹਨਾਂ ਨੇ ਇੱਕ ਗੋਰਖਾ ਜਵਾਨ ਦੀ ਪਤਨੀ ਦੇ ਨਾਲ ਵੀ ਨੇਪਾਲੀ ਦੇ ਵਿੱਚ ਗੱਲਬਾਤ ਕੀਤੀ। ਉਹ ਇੰਨੇ ਚੰਗੇ ਇਨਸਾਨ ਸਨ ਕਿ ਹਰ ਇੱਕ ਦੇ ਨਾਲ ਘੁਲ ਮਿਲ ਜਾਂਦੇ ਸਨ। ਜਨਰਲ ਸੁਬੇਗ ਸਿੰਘ ਨੇ ਤਤਕਾਲੀ ਰਾਸ਼ਟਰਪਤੀ ਵੀ ਗਿਰੀ ਤੋਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਪ੍ਰਾਪਤ ਕੀਤਾ। 1971 ਦੇ ਯੁੱਧ ਤੋਂ ਬਾਅਦ ਸੁਬੇਗ ਸਿੰਘ ਨੂੰ ਜੱਬਲਪੁਰ ਦੇ ਵਿੱਚ ਪਾਕਿਸਤਾਨੀ ਫੌਜੀਆਂ ਦੇ ਯੁੱਧਬੰਦੀ ਕੈਂਪ ਦਾ ਇੰਚਾਰਜ ਬਣਾਇਆ ਗਿਆ। ਉਸੇ ਕੈਂਪ ਦੇ ਵਿੱਚ ਜਨਰਲ ਨਿਆਜ਼ੀ ਅਤੇ ਪਾਕਿਸਤਾਨੀ ਫੌਜ ਦੇ ਸੀਨੀਅਰ ਅਫਸਰਾਂ ਨੂੰ ਰੱਖਿਆ ਗਿਆ ਸੀ। ਇੱਕ ਵਾਰ ਜਦੋਂ ਸੁਬੇਗ ਸਿੰਘ ਯੁੱਧਬੰਦੀ ਕੈਂਪ ਜਾ ਰਹੇ ਸਨ ਤਾਂ ਉਹਨਾਂ ਦੇ ਛੋਟੇ ਬੇਟੇ ਪ੍ਰਭਪਾਲ ਸਿੰਘ ਵੀ ਉਹਨਾਂ ਦੇ ਨਾਲ ਉੱਥੇ ਜਾਣ ਦੀ ਇੱਛਾ ਪ੍ਰਗਟ ਕੀਤੀ। ਪ੍ਰਭਪਾਲ ਦੱਸਦੇ ਹਨ ਕਿ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉੱਥੇ ਪਾਕਿਸਤਾਨੀ ਫੌਜ ਦੇ ਕਈ ਅਫਸਰ ਬੈਠੇ ਸਨ। ਇੰਨੇ ਵਿੱਚ ਮੇਜਰ ਜਨਰਲ ਰਾਓ ਫਰਮਾਨ ਅਲੀ ਕਮਰੇ ਦੇ ਅੰਦਰ ਆਏ। ਆਉਂਦੇ ਹੀ ਉਹਨਾਂ ਨੇ ਮੇਰੇ ਪਿਤਾ ਵੱਲ ਗੌਰ ਨਾਲ ਦੇਖਿਆ। ਨਿਆਜੀ ਨੇ ਹੱਸ ਕੇ ਕਿਹਾ, ਇਸ ਬਹਿਰੂਪੀਏ ਨੂੰ ਨਹੀਂ ਪਛਾਣਿਆ? ਫਰਮਾਨ ਅਲੀ ਬੋਲੇ, ਨਹੀਂ, ਪਰ ਲੱਗਦਾ ਹੈ ਕਿ ਮੈਂ ਇਹਨਾਂ ਨੂੰ ਕਿਧਰੇ ਦੇਖਿਆ ਹੋਇਆ ਹੈ। ਫਿਰ ਮੇਰੇ ਪਿਤਾ ਜੀ ਨੇ ਆਪਣੀ ਪੱਗ ਉਤਾਰ ਦਿੱਤੀ। ਫਰਮਾਨ ਅਲੀ ਨੇ ਕਿਹਾ, ਯੂ ਆਰ ਮਿਸਟਰ ਬੇਗ। ਮੇਰੇ ਪਿਤਾ ਜੀ ਨੇ ਆਪਣੀ ਪੱਗ ਸਿਰ ਉੱਤੇ ਰੱਖ ਕੇ ਕਿਹਾ, ਆਈ ਐਮ ਜਨਰਲ ਸੁਬੇਗ ਸਿੰਘ। ਫਿਰ ਮੈਂ ਫਰਮਾਨ ਅਲੀ ਤੋਂ ਪੁੱਛਿਆ ਕਿ ਤੁਸੀਂ ਇਹਨਾਂ ਦੇ ਨਾਲ ਇਸ ਲਹਿਜੇ ਵਿੱਚ ਗੱਲ ਕਿਉਂ ਕੀਤੀ? ਉਹਨਾਂ ਨੇ ਕਿਹਾ, ਯੂ ਨੋ ਯਰ ਫਾਦਰ ਵਾਜ਼ ਵਾਂਟਡ ਡੈਡ ਔਰ ਅਲਾਈਵ ਫॉर 10 ਲੱਖ ਰੁਪੀਸ। ਮੈਂ ਇਹਨਾਂ ਉੱਪਰ ਇਨਾਮ ਰੱਖਿਆ ਹੋਇਆ ਸੀ ਕਿ ਜੋ ਇਹਨਾਂ ਨੂੰ ਜਿਉਂਦਾ ਜਾਂ ਮੁਰਦਾ ਫੜੇਗਾ ਉਸ ਨੂੰ 10 ਲੱਖ ਰੁਪਏ ਦਿੱਤੇ ਜਾਣਗੇ। ਜਦੋਂ ਨਿਆਜ਼ੀ ਰੇਲ ਰਾਹੀਂ ਪਾਕਿਸਤਾਨ ਵਾਪਸ ਜਾ ਰਹੇ ਸਨ ਤਾਂ ਮੈਂ ਉਹਨਾਂ ਨੂੰ ਆਪਣੇ ਪਿਤਾ ਦੇ ਨਾਲ ਸਟੇਸ਼ਨ ਛੱਡਣ ਗਿਆ ਸੀ। ਮੈਂ ਉਹਨਾਂ ਨੂੰ ਇੱਕ ਮਠਿਆਈ ਦਾ ਡਿੱਬਾ ਅਤੇ ਇੱਕ KL ਸੈਗਲ ਦੇ ਸ਼ੇਅਰ ਕਾਰਡ ਪੈਕ ਕਰਕੇ ਦਿੱਤੇ ਸਨ। ਵੀ ਵਾਸ ਵੈਰੀ ਟਚਡ। ਜਦੋਂ ਜਨਰਲ ਸੁਬੇਗ ਸਿੰਘ ਨੌਕਰੀ ਤੋਂ ਬਰਖਾਸਤ ਹੋਏ, ਇਸ ਤੋਂ ਬਾਅਦ ਉਹਨਾਂ ਦੀ ਉੱਤਰ ਪ੍ਰਦੇਸ਼ ਦੇ ਵਿੱਚ ਬਰੇਲੀ ਦੇ ਵਿੱਚ ਤੈਨਾਤੀ ਹੋ ਗਈ ਸੀ। ਬਰੇਲੀ ਦਾ ਇਲਾਕਾ ਕਾਫੀ ਵੱਡਾ ਹੈ ਅਤੇ ਚੀਨ ਦੀ ਸੀਮਾ ਤੱਕ ਜਾਂਦਾ ਹੈ। ਉਸ ਦੇ ਅੰਦਰ 2-3 ਟ੍ਰੇਨਿੰਗ ਸੈਂਟਰ ਆਉਂਦੇ ਹਨ। ਉੱਥੇ ਇੱਕ ਆਡਿਟ ਰਿਪੋਰਟ ਵਿੱਚ ਵਿੱਤੀ ਤਰੁੱਟੀਆਂ ਦਾ ਪਤਾ ਲੱਗਿਆ। ਜਨਰਲ ਸੁਬੇਗ ਸਿੰਘ ਨੇ ਇਸ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ, ਜੋ ਫੌਜ ਦੇ ਆਲਾ ਅਧਿਕਾਰੀਆਂ ਨੂੰ ਪਸੰਦ ਨਹੀਂ ਆਇਆ। ਨਤੀਜਾ ਇਹ ਹੋਇਆ ਕਿ ਜਨਰਲ ਸੁਬੇਗ ਸਿੰਘ ਦੀ ਰਿਟਾਇਰਮੈਂਟ ਤੋਂ ਸਿਰਫ 1 ਦਿਨ ਪਹਿਲਾਂ ਉਹਨਾਂ ਨੂੰ ਬਿਨਾਂ ਕਿਸੇ ਮੁਕੱਦਮੇ ਜਾਂ ਕੋਰਟ ਮਾਰਸ਼ਲ ਦੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਉਹਨਾਂ ਦੀ ਪੈਨਸ਼ਨ ਵੀ ਰੋਕ ਦਿੱਤੀ ਗਈ। ਉਹਨਾਂ ਤੇ ਭ੍ਰਿਸ਼ਟਾਚਾਰ ਦੇ ਹੋਰ ਇਲਜ਼ਾਮ ਵੀ ਲਗਾਏ ਗਏ। ਇਹ ਦੋਸ਼ ਵੀ ਲੱਗਿਆ ਕਿ ਜੱਬਲਪੁਰ ਤੋਂ ਟ੍ਰਾਂਸਫਰ ਹੋਣ ਤੇ ਉਹਨਾਂ ਨੇ ਰਿਸ਼ਵਤ ਦੇ ਵਿੱਚ ਇੱਕ ਸਿਲਵਰ ਸਾਲਵਰ ਸਵੀਕਾਰ ਕੀਤੀ ਸੀ, ਜਿਸ ਦੀ ਕੀਮਤ 2500 ਰੁਪਏ ਸੀ। ਉਹਨਾਂ ਤੇ ਆਪਣਾ ਮਕਾਨ ਬਣਾਉਣ ਦੇ ਵਿੱਚ ਆਪਣੀ ਆਮਦਨ ਦੇ ਸਰੋਤ ਤੋਂ ਕਿਧਰੇ ਜ਼ਿਆਦਾ ਧਨ ਲਗਾਉਣ ਦਾ ਇਲਜ਼ਾਮ ਵੀ ਲਗਾਇਆ ਗਿਆ। ਆਪਰੇਸ਼ਨ ਬਲੂ ਸਟਾਰ ਤੇ ਕਿਤਾਬ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਲਿਖਣ ਵਾਲੇ ਸਤੀਸ਼ ਜੈਕਬ ਦੱਸਦੇ ਹਨ ਕਿ ਸਰਕਾਰ ਦੇ ਇਸ ਕਦਮ ਨੇ ਜਨਰਲ ਸੁਬੇਗ ਸਿੰਘ ਨੂੰ ਬਹੁਤ ਦੁਖੀ ਅਤੇ ਸਰਕਾਰ ਵਿਰੋਧੀ ਬਣਾ ਦਿੱਤਾ। ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਦਿੱਤੀ। ਅਦਾਲਤ ਨੇ ਉਹਨਾਂ ਦੇ ਖਿਲਾਫ ਲੱਗੇ ਇਲਜ਼ਾਮਾਂ ਨੂੰ ਗਲਤ ਪਾਇਆ, ਪਰ ਇਸ ਦੇ ਬਾਵਜੂਦ ਸਰਕਾਰ ਦੇ ਪ੍ਰਤੀ ਉਹਨਾਂ ਦੇ ਰਵੱਈਏ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਆਈ। ਫਿਰ ਉਹਨਾਂ ਨੇ ਆਪਣੇ ਮਨ ਦੀ ਸ਼ਾਂਤੀ ਲਈ ਧਰਮ ਦਾ ਸਹਾਰਾ ਲਿਆ ਅਤੇ ਉਦੋਂ ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੰਪਰਕ ਦੇ ਵਿੱਚ ਆਏ। ਸਤੀਸ਼ ਜੈਕਬ ਇੱਕ ਹੋਰ ਕਿੱਸਾ ਦੱਸਦੇ ਹਨ ਕਿ ਭਿੰਡਰਾਂਵਾਲੇ ਨੂੰ ਮੈਂ ਬਹੁਤ ਪਹਿਲਾਂ ਤੋਂ ਜਾਣਦਾ ਸੀ, ਕਿਉਂਕਿ ਮੈਂ ਅਕਸਰ ਉਹਨਾਂ ਦੀ ਇੰਟਰਵਿਊ ਲਿਆ ਕਰਦਾ ਸੀ। ਭਿੰਡਰਾਂਵਾਲੇ ਅਕਸਰ ਜ਼ਮੀਨ ਤੇ ਬੈਠਿਆ ਕਰਦੇ ਸਨ। ਉਹਨਾਂ ਦੇ ਪਿੱਛੇ ਸਰਾਣਾ ਲੱਗਿਆ ਰਹਿੰਦਾ ਸੀ। ਇੱਕ ਦਿਨ ਮੈਂ ਉਹਨਾਂ ਦੇ ਕੋਲ ਬੈਠਾ ਸੀ। ਇੱਕ ਜਗ੍ਹਾ ਬੈਠੇ ਬੈਠੇ ਮੇਰਾ ਪੈਰ ਥੱਕ ਗਿਆ ਸੀ। ਮੈਂ ਆਪਣੇ ਪੈਰ ਨੂੰ ਆਰਾਮ ਦੇਣ ਲਈ ਉਸ ਨੂੰ ਥੋੜਾ ਜਿਹਾ ਫੈਲਾਇਆ ਤਾਂ ਉਹ ਭਿੰਡਰਾਂਵਾਲੇ ਨੂੰ ਛੂਹ ਗਿਆ। ਨਾਲ ਬੈਠੇ ਜਨਰਲ ਸੁਬੇਗ ਸਿੰਘ ਨੇ ਮੇਰੇ ਵੱਲ ਨਾਰਾਜ਼ਗੀ ਨਾਲ ਦੇਖਦੇ ਹੋਏ ਮੈਨੂੰ ਟੋਕਿਆ ਅਤੇ ਕਿਹਾ, ਜਰਾ ਸੰਭਲ ਕੇ, ਸੰਤ ਜੀ ਨਾਰਾਜ਼ ਹੋ ਜਾਣਗੇ। ਸੁਬੇਗ ਸਿੰਘ ਨੂੰ ਸ਼ਾਇਦ ਇਹ ਅੰਦਾਜ਼ਾ ਨਹੀਂ ਸੀ ਕਿ ਭਿੰਡਰਾਂਵਾਲੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਸਨ। ਜਦੋਂ ਭਿੰਡਰਾਂਵਾਲੇ ਨੇ ਮੈਨੂੰ ਜਨਰਲ ਸੁਬੇਗ ਸਿੰਘ ਦੇ ਨਾਲ ਗੱਲ ਕਰਦੇ ਹੋਏ ਦੇਖਿਆ ਤਾਂ ਪੁੱਛ ਬੈਠੇ, ਜਨਰਲ ਨਾਲ ਤੁਹਾਡੀ ਕੀ ਗੱਲ ਹੋ ਰਹੀ ਹੈ?
ਮੈਂ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਪਰ ਭਿੰਡਰਾਂ ਵਾਲਿਆਂ ਨੇ ਜ਼ੋਰ ਦਿੱਤਾ ਕਿ ਮੈਂ ਉਹਨਾਂ ਨੂੰ ਦੱਸਾਂ ਕਿ ਸਾਡੇ ਦੋਹਾਂ ਦੇ ਵਿਚਕਾਰ ਕੀ ਗੱਲ ਹੋ ਰਹੀ ਸੀ। ਜਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਜਨਰਲ ਸੁਬੇਗ ਸਿੰਘ ਸੁਚੇਤ ਕਰ ਰਹੇ ਸਨ ਕਿ ਮੈਂ ਤੁਹਾਡੇ ਨਾਲ ਬਦਤਮੀਜ਼ੀ ਨਾ ਕਰਾਂ, ਤਾਂ ਭਿੰਡਰਾਂ ਵਾਲੇ ਸੁਣ ਕੇ ਹੱਸ ਪਏ। ਭਿੰਡਰਾਂ ਵਾਲੇ ਦੇ ਕਹਿਣ ਤੇ ਜਨਰਲ ਸੁਬੇਗ ਸਿੰਘ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਰਹਿਣ ਲੱਗੇ। ਭਿੰਡਰਾਂ ਵਾਲੇ ਨੇ ਉਹਨਾਂ ਨੂੰ ਹਰਮੰਦਰ ਸਾਹਿਬ ਕੰਪਲੈਕਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ। 3 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੱਕ ਉੱਥੇ ਰਹਿ ਕੇ ਉਹਨਾਂ ਨੇ ਉਹ ਸਭ ਕੁਝ ਕੀਤਾ ਜਿਸ ਨਾਲ ਭਾਰਤੀ ਫੌਜੀਆਂ ਦਾ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਵੜਨਾ ਮੁਸ਼ਕਿਲ ਤੋਂ ਮੁਸ਼ਕਿਲ ਬਣਾ ਦਿੱਤਾ ਗਿਆ। ਪ੍ਰਭਪਾਲ ਸਿੰਘ ਕਹਿੰਦੇ ਹਨ ਕਿ ਲੋਕ ਕਹਿੰਦੇ ਸਨ ਕਿ ਸੁਬੇਗ ਸਿੰਘ ਗੁਰੀਲਾ ਟੈਕਨੀਕ ਦੇ ਹੋਚੀ ਮਿਨ ਹਨ। ਉਹਨਾਂ ਨੇ ਤਹਿਖਾਨੇ ਅਤੇ ਮੇਨ ਹੋਲ ਦੇ ਹੇਠ ਆਪਣੇ ਲੜਾਕਿਆਂ ਨੂੰ ਤੈਨਾਤ ਕਰਕੇ ਭਾਰਤੀ ਫੌਜੀਆਂ ਦੇ ਪੈਰਾਂ ਨੂੰ ਨਿਸ਼ਾਨਾ ਬਣਾਉਣ ਲਈ ਕਿਹਾ। ਜ਼ਿਆਦਾਤਰ ਭਾਰਤੀ ਫੌਜੀਆਂ ਦੇ ਪੈਰਾਂ ਦੇ ਵਿੱਚ ਗੋਲੀਆਂ ਲੱਗੀਆਂ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਗੋਲੀ ਕਿੱਥੋਂ ਆ ਰਹੀ ਸੀ। ਫੌਜ ਨੇ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਆਪਣੇ ਸਰਵਸ਼੍ਰੇਸ਼ਟ ਕਮਾਂਡੋਸ ਭੇਜੇ। ਸਫੇਦ ਸੰਗਮਰਮਰ ਦੀ ਬੈਕਗਰਾਉਂਡ ਤੇ ਕਾਲੇ ਕੱਪੜੇ ਪਹਿਨ ਕੇ ਹਨੇਰੇ ਦੇ ਵਿੱਚ ਉਹ ਤੁਰੰਤ ਸਿੱਖ ਕਾਰਕੂਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ। ਬਾਅਦ ਵਿੱਚ ਭਾਰਤ ਦੇ ਫੌਜ ਮੁਖੀ ਬਣੇ ਜਨਰਲ VK ਸਿੰਘ ਨੇ ਆਪਣੀ ਆਤਮ ਕਥਾ ਕਰੇਜ਼ ਐਂਡ ਕਨਵਿਕਸ਼ਨ ਦੇ ਵਿੱਚ ਲਿਖਿਆ ਕਿ ਮੇਜਰ ਜਨਰਲ ਸੁਬੇਗ ਸਿੰਘ ਦੀ ਦੇਖ ਰੇਖ ਵਿੱਚ ਹਰਮੰਦਰ ਸਾਹਿਬ ਦੀ ਸੁਰੱਖਿਆ ਦੀ ਯੋਜਨਾ ਤਿਆਰ ਕੀਤੀ ਗਈ। ਸਾਰੇ ਹਥਿਆਰਾਂ ਨੂੰ ਜ਼ਮੀਨ ਤੋਂ ਕੁਝ ਹੀ ਇੰਚ ਦੀ ਉਚਾਈ ਤੇ ਰੱਖਿਆ ਗਿਆ। ਇਸ ਦਾ ਮਤਲਬ ਇਹ ਸੀ ਕਿ ਨਾ ਸਿਰਫ ਹਮਲਾਵਰ ਬਲਾਂ ਦੇ ਪੈਰ ਉਖੜ ਗਏ, ਬਲਕਿ ਉਹਨਾਂ ਦਾ ਰੇਂਗ ਕੇ ਅੱਗੇ ਵਧਣ ਦਾ ਵਿਕਲਪ ਵੀ ਖਤਮ ਹੋ ਗਿਆ, ਕਿਉਂਕਿ ਜੇਕਰ ਉਹ ਅਜਿਹਾ ਕਰਦੇ ਤਾਂ ਗੋਲੀ ਉਹਨਾਂ ਦੇ ਸਿਰ ਵਿੱਚ ਲੱਗਦੀ। ਹਮਲੇ ਤੋਂ ਪਹਿਲਾਂ ਜਨਰਲ ਬਰਾੜ ਨੇ ਸਿਵਲ ਕੱਪੜਿਆਂ ਦੇ ਵਿੱਚ ਹਰਮੰਦਰ ਸਾਹਿਬ ਦੇ ਅੰਦਰ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਦੂਰਬੀਨ ਦੇ ਨਾਲ ਸਾਰਾ ਨਜ਼ਾਰਾ ਦੇਖ ਰਹੇ ਸੁਬੇਗ ਸਿੰਘ ਨੇ ਉਹਨਾਂ ਨੂੰ ਤੁਰੰਤ ਪਛਾਣ ਲਿਆ, ਪਰ ਉਹਨਾਂ ਨੇ ਆਪਣੇ ਲੜਾਕਿਆਂ ਨੂੰ ਕਿਹਾ ਕਿ ਜਨਰਲ ਬਰਾੜ ਦੇ ਨਾਲ ਨਾ ਉਲਝਿਆ ਜਾਵੇ। ਭਾਰਤੀ ਜਰਨੈਲਾਂ ਤੋਂ ਹੋਈ ਸੁਬੇਗ ਸਿੰਘ ਬਾਰੇ ਅੰਦਾਜ਼ਾ ਲਗਾਉਣ ਦੇ ਵਿੱਚ ਗਲਤੀ। ਬਾਅਦ ਵਿੱਚ ਸੀਨੀਅਰ ਪੱਤਰਕਾਰ ਸ਼ੇਖਰ ਗੁਪਤਾ ਨੇ ਇੰਡੀਅਨ ਐਕਸਪ੍ਰੈਸ ਦੇ 4 ਜੂਨ 2014 ਦੇ ਅੰਕ ਦੇ ਵਿੱਚ ਦ ਆਡੀਸਿਟੀ ਆਫ ਇਨਕੰਪੀਟੈਂਸ ਸਿਰਲੇਖ ਨਾਲ ਲਿਖੇ ਲੇਖ ਵਿੱਚ ਲਿਖਿਆ, ਭਾਰਤੀ ਜਰਨੈਲਾਂ ਨੇ ਇਸ ਗੱਲ ਦੀ ਅਣਦੇਖੀ ਕਰ ਦਿੱਤੀ ਕਿ ਉਹਨਾਂ ਦਾ ਮੁਕਾਬਲਾ ਅਨਾੜੀਆਂ ਨਾਲ ਨਹੀਂ, ਬਲਕਿ ਅਜਿਹੇ ਲੋਕਾਂ ਨਾਲ ਹੈ ਜਿਨ੍ਹਾਂ ਦੀ ਅਗਵਾਈ ਉਹਨਾਂ ਵਰਗਾ ਹੀ ਸ਼ਖਸ ਕਰ ਰਿਹਾ ਹੈ। ਉਹ ਸ਼ਖਸ ਜੇਕਰ ਉਹਨਾਂ ਤੋਂ ਬਿਹਤਰ ਨਹੀਂ ਤਾਂ ਉਹਨਾਂ ਦੇ ਬਰਾਬਰ ਜ਼ਰੂਰ ਹੈ। ਉਹ ਉਹਨਾਂ ਸਾਰਿਆਂ ਨਾਲ ਕੰਮ ਕਰ ਚੁੱਕਿਆ ਹੈ ਅਤੇ ਉਸਨੇ ਬੰਗਲਾਦੇਸ਼ ਦੀ ਲੜਾਈ ਸਮੇਂ ਮੁਕਤੀ ਬਾਹਿਨੀ ਦੇ ਨਾਲ ਯੋਧਿਆਂ ਨੂੰ ਟ੍ਰੇਨ ਕਰਕੇ ਨਾਮ ਕਮਾਇਆ ਹੈ। ਸ਼ੇਖਰ ਗੁਪਤਾ ਲਿਖਦੇ ਹਨ ਕਿ ਹਰਮੰਦਰ ਸਾਹਿਬ ਦੀ ਸੁਰੱਖਿਆ ਦੇ ਵਿੱਚ ਕਿਸੇ ਵੀ ਵੱਡੀ ਰਣਨੀਤੀ ਜਾਂ ਪੁਰਾਣੇ ਜ਼ਮਾਨੇ ਦੀ ਛਾਪਾ ਮਾਰ ਲੜਾਈ ਦਾ ਸਹਾਰਾ ਨਹੀਂ ਲਿਆ ਗਿਆ ਸੀ, ਬਲਕਿ ਉਹ ਕਿਸੇ ਭਵਨ ਦੀ ਬਟਾਲੀਅਨ ਪੱਧਰ ਤੇ ਫੌਜੀਆਂ ਰਾਹੀਂ ਕੀਤੀ ਗਈ ਯੋਜਨਾਬੱਧ ਸੁਰੱਖਿਆ ਸੀ। ਉਹਨਾਂ ਨੇ ਇੱਕ ਫੁੱਟਬਾਲ ਦੇ ਮੈਦਾਨ ਦੇ ਅੱਧੇ ਦੇ ਬਰਾਬਰ ਖੇਤਰ ਨੂੰ ਪੂਰੀ ਤਰ੍ਹਾਂ ਦੇ ਨਾਲ ਕਵਰ ਕੀਤਾ ਹੋਇਆ ਸੀ, ਜਿੱਥੋਂ ਭਾਰਤੀ ਫੌਜੀਆਂ ਨੂੰ ਆਪਣੇ ਆਪ ਨੂੰ ਖੁੱਲ੍ਹੇ ਵਿੱਚ ਦਿਖਾਉਂਦੇ ਹੋਏ ਅੱਗੇ ਵਧਣਾ ਸੀ। ਇਹ ਉਹਨਾਂ ਦੀ ਨਜ਼ਰ ਦੇ ਵਿੱਚ ਪਹਿਲਾਂ ਤੋਂ ਤੈਅ ਕੀਤਾ ਗਿਆ ਕਿਲਿੰਗ ਗਰਾਊਂਡ ਸੀ, ਜਿਸ ਨੂੰ ਫੌਜ ਦੀ ਭਾਸ਼ਾ ਦੇ ਵਿੱਚ ਫਿਬੂਆ ਫਾਈਟਿੰਗ ਇਨ ਬਿਲ ਅਪ ਏਰੀਆਜ਼ ਕਿਹਾ ਜਾਂਦਾ ਹੈ। ਸੁਬੇਗ ਸਿੰਘ ਨੂੰ ਇਹ ਗਲਤਫਹਿਮੀ ਨਹੀਂ ਸੀ ਕਿ ਉਹਨਾਂ ਦੀ ਜਿੱਤ ਹੋਵੇਗੀ। ਉਹ ਜਿੰਨਾ ਸੰਭਵ ਹੋਵੇ ਭਾਰਤੀ ਫੌਜ ਦਾ ਨੁਕਸਾਨ ਕਰਨਾ ਚਾਹੁੰਦੇ ਸਨ, ਤਾਂ ਕਿ ਉਹ ਹੋਣੀ ਨੂੰ ਕੁਝ ਦੇਰ ਤੱਕ ਟਾਲ ਸਕਣ, ਤਾਂ ਕਿ ਸਵੇਰ ਹੋਣ ਤੱਕ ਉੱਥੇ ਇੰਨੀ ਭੀੜ ਇਕੱਠੀ ਹੋ ਜਾਵੇ ਕਿ ਫੌਜੀ ਕਾਰਵਾਈ ਰੋਕ ਦੇਣੀ ਪਵੇ। ਜੇਕਰ ਭਾਰਤੀ ਫੌਜ ਨੇ ਹਰਮੰਦਰ ਸਾਹਿਬ ਦੇ ਵਿੱਚ ਟੈਂਕ ਨਾ ਭੇਜੇ ਹੁੰਦੇ ਤਾਂ ਉਹ ਆਪਣੇ ਉਦੇਸ਼ ਵਿੱਚ ਬਹੁਤ ਹੱਦ ਤੱਕ ਸਫਲ ਰਹਿੰਦੇ। ਜਨਰਲ ਸੁਬੇਗ ਸਿੰਘ ਦੀ ਮੌਤ। ਜਨਰਲ KS ਬਰਾੜ ਆਪਣੀ ਕਿਤਾਬ ਆਪਰੇਸ਼ਨ ਬਲੂ ਸਟਾਰ ਦਾ ਟਰੂ ਸਟੋਰੀ ਦੇ ਵਿੱਚ ਲਿਖਦੇ ਹਨ, ਸਾਨੂੰ ਜਨਰਲ ਸੁਬੇਗ ਸਿੰਘ ਦੀ ਲਾਸ਼ ਤਹਿਖਾਨੇ ਵਿੱਚੋਂ ਮਿਲੀ। ਮਰਨ ਤੋਂ ਬਾਅਦ ਵੀ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਕਾਰਬਾਈਨ ਫੜੀ ਹੋਈ ਸੀ। ਉਹਨਾਂ ਦਾ ਵਾਕੀ ਟਾਕੀ ਉਹਨਾਂ ਦੀ ਲਾਸ਼ ਦੇ ਕੋਲ ਜ਼ਮੀਨ ਤੇ ਪਿਆ ਹੋਇਆ ਸੀ। ਲੇਕਿਨ ਜਨਰਲ ਸੁਬੇਗ ਸਿੰਘ ਦੇ ਬੇਟੇ ਪ੍ਰਭਪਾਲ ਸਿੰਘ ਸੁਬੇਗ ਸਿੰਘ ਦੀ ਮੌਤ ਦਾ ਦੂਜਾ ਹੀ ਵੇਰਵਾ ਦਿੰਦੇ ਹਨ। ਜਨਰਲ ਬਰਾੜ ਦੀ ਕਿਤਾਬ ਆਪਰੇਸ਼ਨ ਬਲੂ ਸਟਾਰ ਦਾ ਟਰੂ ਸਟੋਰੀ ਵਿੱਚ ਉਹ ਕਹਿੰਦੇ ਹਨ, ਮੈਂ ਕਈ ਲੋਕਾਂ ਨੂੰ ਮਿਲਿਆ ਸੀ ਜਿਨ੍ਹਾਂ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਜਨਰਲ ਸੁਬੇਗ ਸਿੰਘ ਦੀ ਮੌਤ ਪਹਿਲੇ ਹੀ ਦਿਨ ਯਾਨੀ 5 ਜੂਨ ਨੂੰ ਹੋ ਗਈ ਸੀ। ਸਰਕਾਰ ਨੇ 6 ਤਰੀਕ ਨੂੰ ਉਹਨਾਂ ਦੀ ਮੌਤ ਦਾ ਐਲਾਨ ਕੀਤਾ, ਜਦੋਂ ਕਿ ਉਹ ਇੱਕ ਦਿਨ ਪਹਿਲਾਂ ਹੀ ਮਰ ਗਏ ਸਨ। ਉਹਨਾਂ ਨੂੰ ਮਸ਼ੀਨ ਗਨ ਦੇ ਇੱਕ ਬਰਸਟ ਦੀਆਂ 7 ਗੋਲੀਆਂ ਲੱਗੀਆਂ ਸਨ। ਸੰਤ ਭਿੰਡਰਾਂ ਵਾਲੇ ਨੇ ਉਹਨਾਂ ਦੀ ਦੇਹ ਨੂੰ ਲਟਾ ਕੇ ਉਹਨਾਂ ਦੀ ਅਰਦਾਸ ਕੀਤੀ। ਉਹਨਾਂ ਨੇ ਲਾਸ਼ ਨੂੰ ਸਾਫ਼ ਕੀਤਾ, ਫਿਰ ਉਹ ਲਾਸ਼ ਨੂੰ ਤਹਿਖਾਨੇ ਵਿੱਚ ਲੈ ਗਏ। ਜਦੋਂ ਆਰਟਰੀ ਦਾ ਫਾਇਰ ਆਇਆ ਤਾਂ ਉਹਨਾਂ ਦੀ ਲਾਸ਼ ਮਲਬੇ ਦੇ ਵਿੱਚ ਦਬ ਗਈ। ਮਾਰਕ ਟਲੀ ਅਤੇ ਸਟੀਚ ਜੈਕਬ ਆਪਣੀ ਕਿਤਾਬ ਦੇ ਵਿੱਚ ਲਿਖਦੇ ਹਨ,
9 ਜੂਨ ਤੱਕ ਸੁਬੇਗ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਨਹੀਂ ਲਿਆਂਦੀ ਗਈ ਸੀ, ਪਰ ਉਦੋਂ ਵੀ ਉਹਨਾਂ ਦਾ ਪੂਰਾ ਪੋਸਟਮਾਰਟਮ ਨਹੀਂ ਹੋ ਸਕਿਆ ਸੀ ਕਿਉਂਕਿ ਉਹਨਾਂ ਦਾ ਸਰੀਰ ਨਸ਼ਟ ਹੋਣਾ ਸ਼ੁਰੂ ਹੋ ਗਿਆ ਸੀ। ਸਰਕਾਰ ਦਾ ਸੁਬੇਗ ਸਿੰਘ ਦੀ ਲਾਸ਼ ਦੇਣ ਤੋਂ ਇਨਕਾਰ। ਜਦੋਂ ਸੁਬੇਗ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਉਹਨਾਂ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਹਨਾਂ ਦੀ ਨੂੰਹ ਨੇ ਫੌਜ ਮੁਖੀ ਜਨਰਲ ਵੈਦਿਆ ਨੂੰ ਫੋਨ ਕਰਕੇ ਪੁੱਛਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਮੇਰੇ ਸਹੁਰਾ ਸਾਹਿਬ ਦਾ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਮੌਤ ਹੋ ਗਈ ਹੈ, ਕੀ ਤੁਸੀਂ ਸਾਨੂੰ ਉਹਨਾਂ ਬਾਰੇ ਦੱਸ ਸਕਦੇ ਹੋ? ਪ੍ਰਭਪਾਲ ਸਿੰਘ ਕਹਿੰਦੇ ਹਨ, ਜਨਰਲ ਵੈਦਿਆ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ, ਕੋਈ ਬਲੂ ਸਟਾਰ ਨਹੀਂ ਹੋਇਆ, ਫੌਜ ਨੇ ਕੋਈ ਐਕਸ਼ਨ ਨਹੀਂ ਲਿਆ। ਮੈਂ ਭੱਜ ਕੇ ਚੰਡੀਗੜ੍ਹ ਪਹੁੰਚਿਆ, ਜਿੱਥੇ ਮੈਂ ਰਾਜਪਾਲ BD ਪਾਂਡੇ ਨੂੰ ਫੋਨ ਕਰਕੇ ਕਿਹਾ ਮੈਂ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕਰਨਾ ਚਾਹੁੰਦਾ ਹਾਂ, ਪਰ ਗਵਰਨਰ ਪਾਂਡੇ ਨੇ ਕਿਹਾ ਕਿ ਉਹ ਤੁਹਾਨੂੰ ਇਸ ਦੀ ਇਜਾਜ਼ਤ ਨਹੀਂ ਦੇ ਸਕਦਾ ਕਿਉਂਕਿ ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਹਜ਼ਾਰਾਂ ਲੋਕਾਂ ਨੂੰ ਇਸ ਦੀ ਇਜਾਜ਼ਤ ਦੇਣੀ ਪਵੇਗੀ। ਉਦੋਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਇਹ ਮੰਨਦੇ ਹੋ ਕਿ ਇਸ ਆਪਰੇਸ਼ਨ ਦੇ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ, ਅਤੇ ਉਹਨਾਂ ਨੇ ਫੋਨ ਰੱਖ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ। 3 ਦਿਨ ਮੈਂ ਉਹਨਾਂ ਦੇ ਘਰ ਦੇ ਗੇਟ ਦੇ ਬਾਹਰ ਖੜਾ ਰਿਹਾ ਤੇ ਮੈਂ ਉਹਨਾਂ ਨੂੰ ਆਪਣੀ ਫਰਿਆਦ ਕਹਿ ਸਕਾਂ, ਪਰ ਮੈਨੂੰ ਸਫਲਤਾ ਨਹੀਂ ਮਿਲੀ। ਮੇਰੇ ਪਿਤਾ ਦਾ ਅੰਤਿਮ ਸੰਸਕਾਰ ਕਦੋਂ ਹੋਇਆ, ਕਿਵੇਂ ਹੋਇਆ, ਮੈਨੂੰ ਕੁਝ ਵੀ ਨਹੀਂ ਪਤਾ। ਉਹਨਾਂ ਨੇ ਨਾ ਤਾਂ ਸਾਨੂੰ ਕੋਈ ਚੀਜ਼ ਦਿੱਤੀ ਤੇ ਨਾ ਹੀ ਉਹਨਾਂ ਦੀਆਂ ਅਸਥੀਆਂ।